Good morning, students. This is Rajbrinder from Guru Nanak Public Senior Secondary School रईया। बच्चों ਆਪਾਂ ਇਲੈਕਟ੍ਰੋਕੈਮਿਸਟਰੀ ਯੂਨਿਟ ਕਰਦੇ ਪਏ ਆ। ਕੱਲ ਆਪਾਂ ਸਿਰਫ ਇੱਕ ਫਾਰਮੂਲਾ ਕੀਤਾ ਨਰਸਟ ਇਕੁਏਸ਼ਨ। ਕੱਲ ਆਪਾਂ ਨਰਸਟ ਇਕੁਏਸ਼ਨ ਲਿਖੀ ਹੀ ਵੀ ਉਹ ਕੀ ਹੁੰਦੀ ਆ। ਅੱਜ ਉਹਦੇ ਬੇਸਡ ਆਪਾਂ ਨੂਮੈਰੀਕਲ ਕਰਨੇ ਨੇ ਤੇ ਤੁਸੀਂ ਸਟੈਪ ਵੀ ਲਿਖ ਲੈਣੇ ਨਰਸਟ ਇਕੁਏਸ਼ਨ ਦੇ। ਹੁਣ ਨੂਮੈਰੀਕਲ ਤੇ ਪੂਰਾ ਫੋਕਸ ਕਰਨਾ ਕਿਉਂਕਿ ਨਰਸਟ ਇਕੁਏਸ਼ਨ ਡਰਾਈਵ ਕਰਨੀ ਕਦੀ ਨਹੀਂ ਆਉਣੀ। ਆਪਾਂ ਕੱਲ ਡੈਰੀਵੇਸ਼ਨ ਉਹਦੀ ਕੀਤੀ ਡੈਲਟਾ ਜੀ ਤੋਂ। ਆਉਣਾ ਕੀ ਆ ਪੇਪਰ ਦੇ ਵਿੱਚ ਨਰਸਟ ਇਕੁਏਸ਼ਨ ਦੇ ਬੇਸਡ ਨੂਮੈਰੀਕਲ ਈ ਸੈੱਲ ਕੱਢਣਾ ਆਉਣਾ ਚਾਹੀਦਾ ਸਾਨੂੰ। ਦੇਖਦੇ ਹਾਂ ਆਪਾਂ ਪਹਿਲਾਂ ਸੌਖੇ ਤੋਂ ਸਟਾਰਟ ਕਰਦੇ ਹਾਂ ਵੀ ਜਿਸ ਤਰ੍ਹਾਂ ਦਾ ਸਾਡੇ ਸਟੇਟ ਬੋਰਡ ਵਿੱਚ ਆਉਂਦਾ ਵਾ। ਪਹਿਲੀ ਗੱਲ ਆਪਾਂ ਪਤਾ ਕੀ ਕਰਨਾ EMF ਆਫ ਆ ਡੈਨੀਅਲ ਸੈੱਲ। ਆਪਾਂ ਈ ਸੈੱਲ ਪਤਾ ਕਰਨਾ। ਈ ਸੈੱਲ ਪਤਾ ਕਰਨਾ ਤੇ ਈ ਸੈੱਲ ਕਿੱਦਾਂ ਇਹਦਾ ਫਾਰਮੂਲਾ ਕੀ ਹੁੰਦਾ ਅਕੋਰਡਿੰਗ ਟੂ ਨਰਸਟ ਇਕੁਏਸ਼ਨ ਈ ਸੈੱਲ ਇਜ਼ ਇਕੁਅਲ ਟੂ ਈ ਨੋਟ ਸੈੱਲ ਮਾਈਨਸ 0.0591 ਅਪੋਨ n log Q ਰਿਐਕਸ਼ਨ ਕੋਸ਼ੈਂਟ ਜਿਹਨੂੰ ਕਹੀਦਾ। ਆੜੀ ਚੀਜ਼ ਹੁੰਦੀ ਆ। ਹੁਣ ਆਪਾਂ ਇਹਨੂੰ ਇੱਥੇ ਰੋਕ ਦਈਏ। ਸਾਨੂੰ ਕਿਹਦੀ ਲੋੜ ਆ। ਸਾਨੂੰ ਈ ਨੋਟ ਸੈੱਲ ਚਾਹੀਦਾ। ਈ ਨੋਟ ਸੈੱਲ ਕਿੱਦਾਂ ਕੱਢੀਦਾ ਈ ਕੈਥੋਡ ਮਾਈਨਸ ਈ ਐਨੋਡ ਜਾਂ ਤਾਂ ਆਹ ਫਾਰਮੂਲਾ ਹੁੰਦਾ ਜਾਂ ਕਈ ਵਾਰ ਕੁਐਸਚਨ 'ਚ ਗਿਵਨ ਹੁੰਦਾ। ਆ ਵੇਖੋ ਉਹਨਾਂ ਨੇ ਕਿਹਾ ਸੀ ਸਟੈਂਡਰਡ ਪੋਟੈਂਸ਼ੀਅਲ। ਸਟੈਂਡਰਡ ਹੁੰਦਾ ਨਾ ਜਿਹਦੇ ਉੱਪਰ ਨੋਟ ਪਿਆ ਹੁੰਦਾ। ਸੈੱਲ ਦਾ ਕਿੰਨਾ ਦਿੱਤਾ 1.1 ਕੁਐਸਚਨ 'ਚ ਹੀ ਗਿਵਨ ਹੈ। ਫਿਰ ਆਹ ਚੀਜ਼ ਆਪਾਂ ਨੂੰ ਅਪਲਾਈ ਕਰਨ ਦੀ ਲੋੜ ਨਹੀਂ। ਈ ਨੋਟ ਸੈੱਲ ਕਿੰਨਾ ਦਿੱਤਾ ਵਾ 1.1 ਵੋਲਟ। ਆਹ ਇੱਕ ਚੀਜ਼ ਸਾਨੂੰ ਲੱਭ ਗਈ। ਸੈਕਿੰਡ ਹੁਣ ਆਪਾਂ ਇੱਕ ਚੀਜ਼ ਸਾਨੂੰ ਪਤਾ ਲੱਗ ਗਈ। ਹੁਣ ਆਪਾਂ ਕਿਹਨੂੰ ਲੱਭਣਾ n ਨੂੰ। n ਕਿੱਦਾਂ ਪਤਾ ਕਰੀਦਾ। n ਲਈ ਆਪਾਂ ਨੂੰ ਰਿਐਕਸ਼ਨਾਂ ਲਿਖਣੀਆਂ ਪੈਣੀਆਂ ਵੀ ਕੈਥੋਡ 'ਤੇ ਕੀ ਹੁੰਦਾ ਪਿਆ ਤੇ ਐਨੋਡ 'ਤੇ ਕੀ ਹੁੰਦਾ ਪਿਆ। ਐਟ ਐਨੋਡ 'ਤੇ ਹੁੰਦਾ ਥੋੜ੍ਹਾ ਜ਼ਿਆਦਾ ਰਿਐਕਟਿਵ ਕਿਹੜਾ ਵਾ ਜ਼ਿੰਕ। ਕਿੱਦਾਂ ਪਤਾ ਲੱਗੇ ਕਿਉਂਕਿ ਇੱਥੇ ਕੁਐਸਚਨ 'ਚ ਕੁਝ ਨਹੀਂ ਕਿਹਾ ਐਨੋਡ 'ਤੇ ਕੌਣ ਕੈਥੋਡ 'ਤੇ ਕੌਣ ਆ। ਇੱਕ ਜ਼ਿੰਕ ਹੀ ਤੇ ਇੱਕ ਕਾਪਰ ਹੀ। ਜਿਹੜਾ ਜ਼ਿੰਕ ਹੁੰਦਾ ਨਾ ਜ਼ਿੰਕ ਦੀ ਰਿਐਕਟਿਵਿਟੀ ਜ਼ਿਆਦਾ ਹੁੰਦੀ। ਜ਼ਿਆਦਾ ਰਿਐਕਟਿਵ ਐਨੋਡ 'ਤੇ ਹੁੰਦਾ ਘੱਟ ਰਿਐਕਟਿਵ ਕਿਤੇ ਹੁੰਦਾ ਕੈਥੋਡ 'ਤੇ। ਯਾਦ ਰੱਖਿਓ ਇਹ ਚੀਜ਼। ਹੁਣ ਇੱਥੇ ਆਪਾਂ ਕੀ ਕੀਤਾ ਵੈਸੇ ਤਾਂ ਆਨੂੰ ਡੈਨੀਅਲ ਸੈੱਲ ਦਾ ਪਤਾ ਹੀ ਆ ਵੀ ਉਹਦੇ ਐਨੋਡ ਵਾਲੇ ਬੰਨੇ ਜ਼ਿੰਕ ਸਲਫੇਟ ਹੀ ਹੁੰਦਾ। ਹੁਣ ਐਨੋਡ 'ਤੇ ਕੀ ਹੁੰਦਾ ਐਨੋਡ 'ਤੇ ਹੁੰਦੀ ਆਕਸੀਡੇਸ਼ਨ ਦਾ ਮਤਲਬ ਕੀ ਹੁੰਦਾ ਲੋਸ ਆਫ ਇਲੈਕਟ੍ਰੋਨ। ਹੁਣ ਇੱਥੇ ਹੋਣਾ ਕੀ ਆ ਜ਼ਿੰਕ ਸੋਲਿਡ ਆ। ਇਹਨੇ ਕਿਹ ਬਦਲ ਜਾਣਾ ਜ਼ਿੰਕ 2+ ਐਕਵਸ ਫਾਰਮ ਦੇ ਵਿੱਚ ਤੇ 2 ਇਲੈਕਟ੍ਰੋਨ ਲੋਸ ਕਰ ਦੇਣੇ। ਇੱਕ ਇਕੁਏਸ਼ਨ ਆ ਹੋਗੀ। ਫਿਰ ਵੀ ਇਹਨੇ ਐਟ ਕੈਥੋਡ ਤੇ ਕੀ ਹੁੰਦੀ ਆ ਰਿਡਕਸ਼ਨ ਦਾ ਮਤਲਬ ਕੀ ਹੁੰਦਾ ਗੇਨ ਆਫ ਇਲੈਕਟ੍ਰੋਨ। ਹੁਣ ਕੈਥੋਡ 'ਤੇ ਕੌਣ ਆ ਕਾਪਰ ਸਲਫੇਟ ਉਹਦੇ ਵਿੱਚੋਂ Cu2+2 ਆਇਨ ਲਿਆ। ਇਹਨੇ ਇਹੋ 2 ਇਲੈਕਟ੍ਰੋਨ ਗੇਨ ਕਰਕੇ ਕਿਹ ਬਦਲ ਜਾਣਾ। ਇਹ ਵੀ ਐਕਵਸ ਫਾਰਮ ਦੇ ਵਿੱਚ ਆ ਸੋਲਿਡ ਵਿੱਚ ਬਦਲ ਜੂਗਾ। ਹੁਣ ਆਪਾਂ ਨੂੰ ਨੈਟ ਰਿਐਕਸ਼ਨ ਲਿਖਦੇ ਸੈੱਲ ਰਿਐਕਸ਼ਨ ਲਿਖੀਏ। ਆਹ 2 ਇਲੈਕਟ੍ਰੋਨ ਸੇਮ ਆ। n ਇਹੋ ਹੀ ਹੁੰਦਾ ਜਦੋਂ ਇਹ ਰਲ ਜੇ ਨਾ ਇਹਨੂੰ n ਲਿਖ ਦਈਦਾ। n2 ਪਤਾ ਲੱਗ ਗਿਆ। ਇਹਨੂੰ ਮੈਂ 3rd ਪੁੱਟ ਕਰ ਦਿੰਦਾ। n ਵੀ ਲੱਭ ਗਿਆ ਸਾਨੂੰ। ਹੁਣ ਕਿਹਨੂੰ ਲੱਭਣਾ Q ਨੂੰ। Q ਉਦੋਂ ਲੱਭੂਗਾ ਜਦੋਂ ਸੈੱਲ ਰਿਐਕਸ਼ਨ ਲਿਖਾਂਗੇ। ਸੈੱਲ ਰਿਐਕਸ਼ਨ ਲਈ ਇਹਨਾਂ ਨੂੰ ਐਡ ਕਰ ਦਈਏ ਜ਼ਿੰਕ ਸਲਫੇਟ ਪਲੱਸ ਕਾਪਰ +2 ਐਕਵਸ ਫਾਰਮ 'ਚ। ਇੱਧਰ ਜ਼ਿੰਕ +2 ਐਕਵਸ ਫਾਰਮ 'ਚ ਕਾਪਰ ਸੋਲਿਡ ਫਾਰਮ 'ਚ। ਹੁਣ Q ਕਿੱਦਾਂ ਲਿਖਾਂਗੇ Q ਕਿੱਦਾਂ ਲਿਖੀਦਾ ਪਹਿਲੋਂ ਇਹਨਾਂ ਦੀ ਕੰਸਨਟ੍ਰੇਸ਼ਨ Zn+2 Cu ਫਿਰ ਇੱਧਰਲੇ ਬੰਨੇ ਦੀ Zn। ਜਿੱਦਾਂ ਆਪਾਂ Kc ਤੇ Kp ਨਹੀਂ ਲਿਖਦੇ ਹੁੰਦੇ +1 ਦੇ ਵਿੱਚ ਉਹ ਚੀਜ਼ ਆ ਇਕਲੀਬ੍ਰੀਅਮ ਕੌਂਸਟੈਂਟ ਜਾਂ ਰਿਐਕਸ਼ਨ ਕੋਸ਼ੈਂਟ। ਹੁਣ Zn
तो Cu+2 इधरले बन्ने। आ चीज़ आप ला ऑफ मास एक्शन जो +1 होंदा ही वो सीखी ही, तो आप +1 ये भी सीख के आए ही ਜਿਹੜੇ सॉलिड विच ਹੁੰਦੇ ਉਹਨਾਂ ਦੀ कंसनट्रेशन यूनिट ही ਹੁੰਦੀ। फिर आ भी नहीं लिखना, आ भी नहीं लिखना क्योंकि सॉलिड विच सिर्फ आयनिक फॉर्म लिखी दी। हुण Zn+2 Zn+2 की कंसनट्रेशन किन्नी दित्ती आ वेखो, कंसनट्रेशन जिंक की किन्नी दित्ती 0.01 0.001 ते दूसरे की किन्नी दित्ती 0.1। हुण इन्हां नूं सॉल्व करिए, उपर जे पॉइंट हटाइए तो की आ जाना 1000, हेठां पॉइंट हटाइए 10, 1 0 ना 1 0 कैंसल होगी, 1/की आ गया 100। फिर क्यू की वैल्यू आ गई 1/100 नूं की लिख सकते 10⁻², क्योंकि इत्थे 10⁻2 बननी, उपर जाके 10⁻²। ये 4 चीज़ां लभ गईयां। ये सैकेंड थर्ड ते फोर्थ कित्थे भरीए 1 विच, पुट इन 1 की ही फिर लिखदा ई सैल E0 सैल -0.0591/n log Q। E0 सैल दिता ही सानू 1.1, 0.0591/n log Q। n की वैल्यू किन्नी आई ही 2 तो log Q की वैल्यू आई 10⁻²। हुण आ चीज़ देख लियो किद्दां सॉल्व करनी। 1.1 उस तरह, 0.0591/2 भी उस तरह, log 10⁻²। तुहानू पता होना चाहिए log m⁻n, n log m हुंदा। हुण आ log आ m हो गया, आ m हो गया, m⁻n आ पूरा -2 अगे आ जाना, जिद्दां इत्थे लिखिया -2 अगे आ गया, n log m आ गया, आ चीज़ आ गई। फिर अगले स्टैप जाने 1.1 0.0591/2 नाल -2 log 10 हुंदा वा 1। इत्थे बेस 'च 10 पाईदा, मैं पाउंदा नहीं पिया, तुसीं भावें ये चीज़ हुण तो फॉलो कर लियो। जदों भी आपां रियल लॉग लिखीदा ना LOG, उहदे बेस दे विच की हुंदा 10, इस तरह बेस दे विच 10 पाईदा वा। फिलहाल आपां स्किप भी कर सकते, कोई गल नहीं है। वैसे जे पूरा आपां एग्जैक्ट लिखना होवे log बेस 10 फिर 10 आउंदा। हुण इत्थे इहदी वैल्यू किन्नी हुंदी 1, इहदी जगह log 10 की जगह ते 1 लिखता, 2 ना 2 कैंसल हो गया, माइनस माइनस प्लस हो गया, 1.1 प्लस 0.0591, इन्हां नूं ऐड कीता, ये आऊगा 1.1591 वोल्ट। आ साडा आ गया ई सैल। बस इहो तरीका हुंदा जे। हुण मैं तुहानूं नोट विच दसदा एक चीज़, आपां हर एक क्वेश्चन नर्स्ट इक्वेशन का किद्दां करना। सब तो पहला स्टैप आपां की लिखिया करनियां रिएक्शनस। एनोड ते की हुंदा, स्टैप नंबर 1 विच आपां किद्दां की लिखना वा भी एट एनोड की होया, एट कैथोड की होया, ते नाल ही आपां हमेशा लिख दिया करनी सैल रिएक्शन। आ चीज़ ये आपां इहो रूल फॉलो करने। ये मैं थोड़ा पहले फार्मूला लिखता, फिर इदा किया, पर जिद्दां मैं तुहानूं कल स्टैप तुसीं लिखे होने नोट्स तो, पहलों आपां लिखिया करना एट एनोड की होया, एट कैथोड की होया, ते सैल रिएक्शन लिखती। इन्हां तो सानूं की लभना, इन्हां तो सानूं N भी लभ जाना, इन्हां तो सानूं Q भी लभ जाना। ये काम खत्म हो गए। सैकेंड आपां E0 सैल लभ्या करना, E कैथोड ते E एनोड। आ फार्मूला ला के आ भी चीज़ आपां नूं लभ जानी। हो सकता गिवन होवे स्टैंडर्ड पोटैंशियल, जे नहीं तो आ फार्मूला ला दो। थर्ड हुण कुछ बचदा ही नहीं, फिर आपां की अपलाई कर दिया करनी, अपलाई नर्स्ट इक्वेशन। बस इहो चीज़ हुंदी है। हाँ, इत्थे E कैथोड माइनस E एनोड करके ते आ चीज़ आप अपलाई कर दिया करनी। नर्स्ट इक्वेशन का फार्मूला कदी ना भुले, E सैल E0 सैल माइनस 0.059/n log Q। ते ये फार्मूला